ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਚਰਨਾਂ ਵਿੱਚ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬਹਿ ਕੇ ਗੁਰੂ ਦੀ ਬਾਣੀ ਦੁਆਰਾ ਵਾਹਿਗੁਰੂ ਨਾਲ ਜੁੜਨ ਦਾ ਨਿਮਾਣਾ ਜਿਹਾ ਯਤਨ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਰਹਿਮਤ ਕਰਕੇ ਅੱਜ ਦੇ ਇਸ ਪਾਵਨ ਬਚਨ ਅੰਦਰ ਸਾਨੂੰ ਸੋਝੀ ਦਿੰਦੇ ਨੇ। ਸਤਿਗੁਰੂ ਕਹਿੰਦੇ, ਮੈਂ ਹਮੇਸ਼ਾ ਉਸ ਵਾਹਿਗੁਰੂ ਦਾ ਕੀਰਤਨ ਕਰਦਾ, ਉਹਦੀ ਹੀ ਸਿਫਤ ਸਲਾਹ ਕਰਦਾ। ਉਹਦੀ ਸਿਫਤ ਸਲਾਹ ਕਰਨ ਦਾ ਇਹ ਮਾਰਗ ਮੈਨੂੰ ਸਤਿਗੁਰੂ ਨੇ ਦੱਸਿਆ ਤੇ ਗੁਰੂ ਦੇ ਦੱਸੇ ਤੇ ਚੱਲ ਕੇ ਉਸ ਵਾਹਿਗੁਰੂ ਨਾਲ ਸਾਂਝ ਪਈ, ਉਹਦੇ ਨਾਲ ਪ੍ਰੀਤ ਪੈ ਗਈ। ਤੇ ਹੁਣ ਸਤਿਗੁਰੂ ਕਹਿੰਦੇ ਐਸੀ ਪ੍ਰੀਤ ਪਈ ਹੈ ਕਿ ਉਹਦੇ ਤੋਂ ਬਿਨਾਂ, ਉਹਦੇ ਸਿਮਰਨ ਬਿਨਾਂ, ਉਸ ਵਾਹਿਗੁਰੂ ਬਿਨਾਂ ਇੱਕ ਪਲ ਵੀ ਹੁਣ ਰਿਹਾ ਨਹੀਂ ਜਾਂਦਾ। ਹਾਂ ਅਨੰਦਿਨ ਹਰ ਨਾਮ ਕੀਰਤਨ ਕਰਾਂ। ਮੈਂ ਹਮੇਸ਼ਾ, ਅਨੰਦਿਨ ਮਤਲਬ ਹਮੇਸ਼ਾ, ਹਰ ਰੋਜ਼, ਹਰ ਵੇਲੇ, ਹਰ ਸਮੇਂ ਉਸ ਵਾਹਿਗੁਰੂ ਦਾ ਹੀ ਕੀਰਤਨ ਕਰਦਾ ਹਾਂ, ਉਸ ਪਰਮੇਸ਼ਰ ਦੀ ਹੀ ਸਿਫਤ ਸਲਾਹ ਕਰਦਾ ਹਾਂ। ਉਹਦੇ ਤੋਂ ਬਿਨਾਂ ਹੋਰ ਕੁਛ ਵੀ ਨਹੀਂ। ਉਹਨੂੰ ਜ਼ੁਬਾਨ ਰਾਹੀਂ ਸਿਮਰਦਾ ਵਾਂ, ਉਹਨੂੰ ਹੀ ਗਾਉਂਦਾ ਵਾਂ, ਉਹਨੂੰ ਹੀ ਸੁਣਦਾ ਵਾਂ ਕੰਨਾਂ ਰਾਹੀਂ, ਉਹਦੀ ਹੀ ਸੇਵਾ ਕਰਦਾ ਵਾਂ, ਉਹਦੇ ਹੀ ਮਾਰਗ ਤੇ ਚੱਲਦਾ ਵਾਂ। ਮੇਰਾ ਸਭ ਕੁਝ ਉਸ ਪ੍ਰਮਾਤਮਾ ਦਾ ਹੀ ਹੈ। ਭਗਤ ਗੁਰਮੁਖ ਉਹ ਸਭ ਕੁਝ ਪ੍ਰਮਾਤਮਾ ਦਾ ਜਾਣਦਾ ਹੈ ਕਿ ਸਭ ਕੁਝ ਉਸ ਦਾ ਹੈ, ਮੇਰਾ ਕੁਝ ਵੀ ਨਹੀਂ। ਪ੍ਰੇਮੀ ਸਭ ਕਾਸੇ ਦਾ ਮਾਲਕ ਵਾਹਿਗੁਰੂ ਨੂੰ ਸਮਝਦਾ ਹੈ, ਆਪਣੇ ਪਿਆਰੇ ਨੂੰ ਜਾਣਦਾ ਹੈ। ਉਹ ਆਪਣੇ ਆਪ ਨੂੰ ਕੁਝ ਵੀ ਨਹੀਂ ਜਾਣਦਾ। ਉਹ ਕਹਿੰਦਾ ਮੈਂ ਕੁਝ ਹੈ ਹੀ ਨਹੀਂ, ਕਿਉਂਕਿ ਜੇ ਮੈਂ ਹੋਵਾਂਗਾ ਤਾਂ ਫਿਰ ਉਹ ਨਹੀਂ ਰਹਿ ਸਕਦਾ। ਸਾਡੀ ਮੈਂ ਮਿਟਦੀ ਹੈ ਤਾਂ ਉਹ ਵਾਹਿਗੁਰੂ ਪ੍ਰਗਟ ਹੁੰਦਾ। ਇਸ ਲਈ ਭਗਤ ਕਦੇ ਮੈਂ ਨੂੰ ਜਣਾਉਂਦਾ ਹੀ ਨਹੀਂ, ਉਹ ਮੈਂ ਦਾ ਪ੍ਰਗਟਾਵਾ ਹੀ ਨਹੀਂ ਕਰਦਾ ਕਿ ਮੈਂ ਹਾਂ। ਉਹ ਕਹਿੰਦਾ ਉਹੀ ਹੈ ਸਭ, ਜੋ ਵੀ ਮੈਨੂੰ ਸਭ ਚੀਜ਼ਾਂ ਮਿਲੀਆਂ ਹੋਈਆਂ ਨੇ ਉਹਦੀਆਂ ਨੇ, ਮੈਂ ਵੀ ਉਹਦਾ ਵਾਂ, ਇਸ ਕਰਕੇ ਇਹ ਸਾਰਾ ਕੁਝ ਉਹਦਾ ਹੀ ਹੈ। ਘਰ-ਬਾਰ, ਚੀਜ਼ਾਂ, ਪੈਸਾ, ਰੂਪ, ਰੰਗ, ਪਰਿਵਾਰ, ਬੱਚੇ, ਸਭ ਕੁਝ, ਇਹ ਸਾਰਾ ਸੰਸਾਰ, ਜਦ ਸਭ ਕੁਝ ਉਹਦਾ ਹੈ ਤਾਂ ਫਿਰ ਗਰੂਰ ਕਿਸ ਗੱਲ ਦਾ ਹੈ? ਜਦ ਸਭ ਕੁਝ ਉਸੇ ਦਾ ਹੈ ਤਾਂ ਮਾਣ ਕਿਸ ਗੱਲ ਦਾ? ਮਾਣ ਉਸ ਵਾਹਿਗੁਰੂ ਤੇ ਹੈ, ਮਾਣ ਚੀਜ਼ਾਂ ਤੇ ਨਹੀਂ। ਕਿਉਂਕਿ ਚੀਜ਼ਾਂ ਦੇ ਉੱਪਰ ਕੀਤਾ ਹੋਇਆ ਮਾਣ ਚੀਜ਼ਾਂ ਦੇ ਜਾਣ ਨਾਲ ਹੀ ਚਲਿਆ ਜਾਂਦਾ ਹੈ। ਰੁਤਬੇ ਦੇ ਉੱਪਰ ਕੀਤਾ ਹੋਇਆ ਮਾਣ ਕਿ ਮੈਂ ਫਲਾਣਾ ਹਾਂ, ਫਲਾਣੇ ਰੁਤਬੇ ਤੇ ਬੈਠਾ, ਉਹ ਰੁਤਬੇ ਦੇ ਜਾਣ ਨਾਲ ਹੀ ਚਲਿਆ ਜਾਂਦਾ ਹੈ। ਕੁਰਸੀ ਦੇ ਜਾਣ ਨਾਲ ਹੀ ਚਲਿਆ ਜਾਂਦਾ ਹੈ। ਬਹੁਤ ਸਾਰੇ ਲੋਕ ਵੱਡੇ ਵੱਡੇ ਮੰਤਰੀ ਹੋ ਜਾਂਦੇ ਨੇ, ਅਹੁਦਿਆਂ ਤੇ ਬੈਠ ਜਾਂਦੇ ਨੇ, ਪਰ ਜਿਵੇਂ ਹੀ ਮੰਤਰੀ ਦੀ ਕੁਰਸੀ ਜਾਂਦੀ ਹੈ ਸਭ ਕੁਝ ਚਲਿਆ ਜਾਂਦਾ ਨਾਲ ਹੀ। ਕਿਉਂਕਿ ਲੋਕ ਉਸ ਬੰਦੇ ਦਾ ਸਤਿਕਾਰ ਨਹੀਂ ਸੀ ਕਰਦੇ, ਲੋਕ ਉਸ ਕੁਰਸੀ ਦਾ ਸਤਿਕਾਰ ਕਰਦੇ ਸਨ, ਅਹੁਦੇ ਦਾ। ਇਸ ਕਰਕੇ
ਗੁਰਮੁਖ ਹੰਕਾਰ ਤੋਂ ਰਹਿਤ ਹੈ, ਕਿਉਂਕਿ ਉਹ ਜਾਣਦਾ ਹੈ ਕਿ ਇਹਨਾਂ ਵਿੱਚ ਕੱਖ ਨਹੀਂ ਹੈ, ਇਹਨਾਂ ਅਹੁਦਿਆਂ ਰੁਤਬਿਆਂ ਵਿੱਚ। ਇਹ ਸਭ ਕੁਝ ਉਸ ਵਾਹਿਗੁਰੂ ਦਾ ਹੈ, ਮੇਰਾ ਕੁਝ ਵੀ ਨਹੀਂ। ਉਹਦੇ ਕਰਕੇ ਹੀ ਸਤਿਕਾਰ ਹੈ, ਉਹਦੇ ਕਰਕੇ ਹੀ ਰਿਸਪੈਕਟ ਹੈ, ਆਦਰ ਉਹਦੇ ਕਰਕੇ ਹੈ। ਜਦੋਂ ਕੋਈ ਤੁਹਾਡਾ ਆਦਰ ਕਰੇ, ਤੁਹਾਨੂੰ ਸਨਮਾਨ ਦੇਵੇ, ਤਾਂ ਉਸ ਵਕਤ ਮਨ ਵਿੱਚ ਭਾਵ ਇਹ ਹੋਣਾ ਚਾਹੀਦਾ ਹੈ ਕਿ ਇਹ ਮੇਰਾ ਅਦਬ ਨਹੀਂ ਹੈ, ਇਹ ਮੇਰਾ ਸਤਿਕਾਰ ਨਹੀਂ ਹੈ, ਇਹ ਮੇਰੇ ਗੁਰੂ ਦਾ ਹੈ, ਇਹ ਮੇਰੇ ਪਿਆਰੇ ਪਰਮੇਸ਼ਰ ਦਾ। ਕਿਉਂਕਿ ਉਹਦੇ ਨਾਲ ਜੁੜ ਕੇ ਹੀ ਕਿਸੇ ਨੇ ਮੈਨੂੰ ਸਤਿਕਾਰ ਬਖਸ਼ਿਆ, ਕਿਸੇ ਨੇ ਮੈਨੂੰ ਅਦਬ ਦਿੱਤਾ ਹੈ, ਸਨਮਾਨ ਦਿੱਤਾ ਹੈ। ਜਦੋਂ ਅਸੀਂ ਆਪਣੇ ਨਾਲ ਜੁੜੀ ਹਰ ਚੀਜ਼ ਨੂੰ ਉਸ ਨਾਲ ਜੋੜ ਲੈਂਦੇ ਹਾਂ ਕਿ ਉਹਦੀ ਹੈ, ਸਤਿਗੁਰੂ ਕਹਿੰਦੇ ਫਿਰ ਗੱਲ ਬਣਦੀ ਹੈ। ਇਸ ਲਈ ਗੁਰਮੁਖ ਦਾ ਹਰ ਕਰਮ, ਚਾਹੇ ਉਹਦੀ ਕਿਰਤ ਹੋਵੇ, ਚਾਹੇ ਉਹਦਾ ਕੰਮ ਧੰਦਾ ਹੋਵੇ, ਉਹ ਉਸ ਨੂੰ ਵੀ ਪ੍ਰਮਾਤਮਾ ਦੀ ਜਾਣਦਾ ਹੈ ਕਿ ਵਾਹਿਗੁਰੂ ਦੀ ਕਿਰਤ ਹੈ, ਕਿ ਮੈਂ ਤੇ ਬਸ ਸੰਭਾਲਣ ਵਾਲਾ ਹਾਂ, ਮਾਲਕ ਤੇ ਪਰਮੇਸ਼ਰ ਹੈ, ਕਰਾਉਣ ਵਾਲਾ ਤੇ ਉਹ ਹੈ, ਸਭ ਕੁਝ ਕਰਨ ਕਰਾਉਣ ਵਾਲਾ ਉਹੀ ਹੈ। ਸਾਡੇ ਤਾਂ ਬਸ ਕੁਝ ਵੀ ਨਹੀਂ। ਇਸ ਲਈ ਜਦੋਂ ਉਹਦੇ ਨਾਲ ਪ੍ਰੀਤ ਪੈ ਗਈ ਤਾਂ ਹਰ ਕਦਮ, ਤੁਸੀਂ ਚਾਹੇ ਉਹ ਕਦਮ ਕਿਸੇ ਹੋਰ ਜਗ੍ਹਾ ਜਾਣ ਵਾਸਤੇ ਹੀ ਪੁੱਟਿਆ ਹੋਵੇ, ਉਹ ਕਦਮ ਵੀ ਤੁਹਾਡਾ ਰੱਬ ਵਾਲੇ ਪਾਸੇ ਨੂੰ ਹੋ ਜਾਂਦਾ ਹੈ। ਜਦੋਂ ਅਸੀਂ ਸਭ ਕੁਝ ਨੂੰ ਵਾਹਿਗੁਰੂ ਦਾ ਜਾਣ ਲੈਂਦੇ ਹਾਂ, ਭਾਵੇਂ ਤੁਸੀਂ ਕਿਸੇ ਪਾਰਟੀ ਵਿੱਚ ਜਾਣ ਵਾਸਤੇ, ਕਿਸੇ ਫੰਕਸ਼ਨ ਵਿੱਚ ਜਾਣ ਵਾਸਤੇ ਹੀ ਤਿਆਰ ਹੋਏ ਹੋ, ਪਰ ਤੁਹਾਡੀ ਉਹ ਤਿਆਰੀ ਵੀ ਪ੍ਰਮਾਤਮਾ ਵੱਲ ਦੀ ਤਿਆਰੀ ਹੋ ਜਾਂਦੀ ਹੈ ਜਦੋਂ ਤੁਹਾਡੇ ਮਨ ਅੰਦਰ ਵਾਹਿਗੁਰੂ ਤੋਂ ਬਿਨਾਂ ਕੁਝ ਹੋਰ ਨਾ ਹੋਵੇ, ਪਰਮੇਸ਼ਰ ਤੋਂ ਬਿਨਾਂ ਹੋਰ ਕੁਝ ਵੀ ਨਹੀਂ, ਬਸ ਸਿਰਫ ਉਹ ਵਾਹਿਗੁਰੂ। ਇਸ ਕਰਕੇ ਸਤਿਗੁਰੂ ਸਮਝਾਉਂਦੇ, ਮੈਂ ਉਸ ਵਾਹਿਗੁਰੂ ਤੋਂ ਬਿਨਾਂ ਰਹਿ ਨਹੀਂ ਪਾਉਂਦਾ, ਉਹਦਾ ਕੀਰਤਨ ਹੀ ਮੇਰਾ ਜੀਵਨ ਹੋ ਗਿਆ। ਖਿਆਲ ਰੱਖਣਾ, ਕੀਰਤਨ ਅਸੀਂ ਦੋ ਤਰ੍ਹਾਂ ਨਾਲ ਵੇਖਦੇ ਤੇ ਸੁਣਦੇ ਹਾਂ। ਕੀਰਤਨ ਦਾ ਜ਼ਿਆਦਾਤਰ ਸੰਬੰਧ ਕਰਨ ਨਾਲ ਹੁੰਦਾ ਹੈ, ਕਰਨ ਨਾਲ। ਸੁਣਨਾ ਇਹਦਾ ਦੂਸਰਾ ਰੂਪ ਹੈ। ਸੁਣਨ ਦਾ ਇੱਕ ਆਪਣਾ ਆਨੰਦ ਹੈ, ਕਰਨ ਦਾ ਇੱਕ ਆਪਣਾ ਆਨੰਦ ਹੈ। ਤੁਸੀਂ ਦੋਨਾਂ ਦਾ ਹੀ ਆਨੰਦ ਲੈ ਸਕਦੇ ਹੋ। ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ ਕਿ ਤੁਹਾਡੀ ਆਵਾਜ਼ ਬਹੁਤ ਸੁਰੀਲੀ ਹੈ ਜਾਂ ਨਹੀਂ, ਕਿਉਂਕਿ ਤੁਹਾਡਾ ਇਸ ਗੱਲ ਨਾਲ ਸੰਬੰਧ ਹੈ ਕਿ ਤੁਹਾਡਾ ਉਸ ਵਾਹਿਗੁਰੂ ਨਾਲ ਪ੍ਰੇਮ ਹੈ ਜਾਂ ਨਹੀਂ, ਉਹਦੇ ਨਾਲ ਸਾਂਝ ਹੈ ਜਾਂ ਨਹੀਂ। ਇਸ ਲਈ ਤੁਸੀਂ ਉਸ ਨੂੰ ਗੁਣਗੁਣਾ ਸਕਦੇ ਹੋ, ਉਹਨੂੰ ਗਾ ਸਕਦੇ ਹੋ ਕਿਸੇ ਵੀ ਤਰ੍ਹਾਂ। ਆਪਣੇ ਆਫਿਸ ਨੂੰ, ਆਪਣੇ ਕੰਮ ਤੇ ਜਾਂਦਿਆਂ, ਆਪਣੀ ਗੱਡੀ ਵਿੱਚ, ਆਪਣੀ ਬਾਈਕ ਤੇ ਉਹਨੂੰ ਗਾ ਸਕਦੇ ਹੋ। ਉਹਦੀ ਸਿਫਤ ਸਲਾਹ ਸਿਰਫ ਛੈਣਿਆਂ ਜਾਂ ਬਾਜਿਆਂ ਨਾਲ ਨਹੀਂ ਹੁੰਦੀ, ਉਹਦੀ ਸਿਫਤ ਸਲਾਹ ਤੁਹਾਡੇ ਪ੍ਰੇਮ ਰਾਹੀਂ ਹੋਣੀ ਹੈ। ਉਹਦੀ ਸਿਫਤ, ਉਹਦਾ ਕੀਰਤਨ ਤੁਹਾਡੇ ਮਨ ਦੇ ਭਾਵਾਂ ਨਾਲ ਹੋਣਾ ਹੈ, ਭਾਵਨਾ ਨਾਲ, ਸ਼ਰਧਾ ਨਾਲ। ਇਸ ਲਈ ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਉਸ ਨੂੰ ਗਾਉਣਾ। ਇਸ ਲਈ ਸਾਡਾ ਗਾਉਣਾ ਜ਼ਰੂਰੀ ਨਹੀਂ ਹੈ ਕਿ ਅਸੀਂ ਗਾਈਏ ਤੇ ਚਾਰ ਲੋਕ ਸਾਨੂੰ ਸੁਣਨ, ਇਸ ਗੱਲ ਨਾਲ ਕੋਈ ਮਤਲਬ ਨਹੀਂ, ਕਿਉਂਕਿ ਸਾਡਾ ਦੁਨੀਆ ਨੂੰ ਸੁਣਾਉਣਾ ਤੇ ਮਤਲਬ ਹੀ ਨਹੀਂ ਹੈ। ਸਾਡਾ ਕੀਰਤਨ ਕਰਨਾ ਉਸ ਵਾਹਿਗੁਰੂ ਨੂੰ ਸੁਣਾਉਣਾ ਹੈ, ਉਸ ਪਰਮੇਸ਼ਰ ਦੀ ਸਿਫਤ ਸਲਾਹ ਹੈ, ਨਾ ਕਿ ਕਿਸੇ ਬੰਦੇ ਦੀ। ਤੁਸੀਂ ਸੁਣਿਆ ਹੋਵੇਗਾ ਅਕਬਰ ਅਤੇ ਤਾਨਸੇਨ ਦੇ ਬਾਰੇ, ਕਿ ਅਕਬਰ ਨੇ ਇੱਕ ਦਫਾ ਤਾਨਸੇਨ ਨੂੰ ਕਿਹਾ ਕਿ ਅੱਜ ਤੂੰ ਬਹੁਤ ਸੁੰਦਰ ਸੁਣਾਇਆ, ਇੰਨਾ ਪਿਆਰਾ, ਮੈਨੂੰ ਨਹੀਂ ਲੱਗਦਾ
ਕਿ ਤੇਰੇ ਤੋਂ ਵਧੀਆ ਕੋਈ ਗਾ ਸਕਦਾ ਹੋਵੇਗਾ, ਤੇਰੇ ਤੋਂ ਵਧੀਆ ਕੋਈ ਸੰਗੀਤ ਵਜਾ ਸਕਦਾ ਹੋਵੇਗਾ, ਸੰਗੀਤ ਦੀਆਂ ਧੁਨਾਂ ਪੈਦਾ ਕਰ ਸਕਦਾ ਹੋਵੇਗਾ, ਮੈਨੂੰ ਨਹੀਂ ਲੱਗਦਾ। ਤਾਂ ਤਾਨਸੈਨ ਨੇ ਕਿਹਾ ਕਿ ਬਾਦਸ਼ਾਹ ਸਲਾਮਤ, ਨਹੀਂ, ਇਹ ਗੱਲ ਨਹੀਂ ਹੈ, ਇਹ ਬਿਲਕੁਲ ਵੀ ਨਹੀਂ ਹੈ। ਐਸੇ ਵੀ ਲੋਕ ਮੌਜੂਦ ਨੇ, ਐਸੀਆਂ ਵੀ ਰੱਬੀ ਰੂਹਾਂ ਮੌਜੂਦ ਨੇ ਜਿਹੜੀਆਂ ਮੇਰੇ ਤੋਂ ਬਹੁਤ ਜ਼ਿਆਦਾ ਵਧੀਆ ਗਾਉਂਦੀਆਂ ਤੇ ਸਾਜ਼ ਵਜਾਉਂਦੀਆਂ। ਮੈਂ ਕੁਝ ਵੀ ਨਹੀਂ ਉਹਨਾਂ ਸਾਹਮਣੇ। ਅਕਬਰ ਨੇ ਕਿਹਾ ਨਹੀਂ, ਮੈਨੂੰ ਇਸ ਗੱਲ ਤੇ ਯਕੀਨ ਨਹੀਂ, ਇਹ ਹੋ ਹੀ ਨਹੀਂ ਸਕਦਾ। ਐਸਾ ਹੀ ਹੁੰਦਾ ਹੈ ਜਦੋਂ ਅਸੀਂ ਕਿਸੇ ਸਿਰਫ ਇੱਕ ਚੀਜ਼ ਨੂੰ ਜਾਣਦੇ ਹੋਈਏ ਨਾ, ਤਾਂ ਅਸੀਂ ਕਈ ਵਾਰੀ ਉਹਦੇ ਤੇ ਅੜੀ ਕਰਦੇ ਹਾਂ ਕਿ ਨਹੀਂ, ਐਸਾ ਦੂਸਰਾ ਹੋ ਹੀ ਨਹੀਂ ਸਕਦਾ, ਕਿਉਂਕਿ ਅਸੀਂ ਦੂਸਰੇ ਨੂੰ ਜਾਣਦੇ ਨਹੀਂ, ਹੋਰ ਨੂੰ ਜਾਣਦੇ ਨਹੀਂ, ਸਾਡੀ ਸੋਚ ਦਾ, ਸਮਝ ਦਾ ਦਾਇਰਾ ਉਨਾ ਹੈ। ਪਰ ਤਾਨਸੈਨ ਨੇ ਕਿਹਾ ਨਹੀਂ। ਉਸਨੇ ਕਿਹਾ ਜੇ ਨਹੀਂ ਤਾਂ ਫਿਰ ਮੈਨੂੰ ਕਿਸੇ ਐਸੇ ਬੰਦੇ ਨਾਲ ਮਿਲਾ, ਉਸ ਨੂੰ ਇੱਥੇ ਲੈ ਕੇ ਆ ਕਿ ਉਹ ਇੱਥੇ ਆ ਕੇ ਸੰਗੀਤ ਵਜਾਏ, ਇੱਥੇ ਆ ਕੇ ਗਾਵੇ। ਤਾਂ ਤਾਨਸੈਨ ਨੇ ਕਿਹਾ ਕਿ ਹੈ ਤਾਂ ਜ਼ਰੂਰ, ਪਰ ਉਹ ਇੱਥੇ ਆ ਨਹੀਂ ਸਕਦਾ, ਉਹ ਇੱਥੇ ਆ ਨਹੀਂ ਸਕਦਾ। ਅਕਬਰ ਨੇ ਕਿਹਾ ਕੀ ਗੱਲ, ਉਹ ਇੰਨੇ ਜ਼ਿਆਦਾ ਪੈਸੇ ਲੈਂਦਾ ਕਿ ਉਹ ਇੱਥੇ ਆ ਨਹੀਂ ਸਕਦਾ? ਜਿੰਨੀ ਕੀਮਤ ਕਹੇਗਾ ਮੈਂ ਦੇਵਾਂਗਾ। ਤਾਨਸੈਨ ਨੇ ਕਿਹਾ ਕਿ ਕੀਮਤ ਦੀ ਤਾਂ ਗੱਲ ਹੀ ਨਹੀਂ, ਕਿਉਂਕਿ ਉਹ ਲੋਕ ਕੀਮਤ ਦੇ ਲਈ ਨਹੀਂ ਗਾਉਂਦੇ, ਉਹ ਰਾਜਿਆਂ ਵਾਸਤੇ ਨਹੀਂ ਗਾਉਂਦੇ, ਉਹ ਬਾਦਸ਼ਾਹਾਂ ਵਾਸਤੇ ਨਹੀਂ ਗਾਉਂਦੇ, ਉਹ ਤਾਂ ਪਰਮੇਸ਼ਰ ਦੇ ਪ੍ਰੇਮ ਵਿੱਚ ਗਾਉਣ ਵਾਲੇ ਨੇ। ਤੇ ਉਹਨਾਂ ਨੂੰ ਕਿਸੇ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਕਦੇ ਸੱਦਿਆ ਨਹੀਂ ਜਾ ਸਕਦਾ, ਆਪਣੀ ਮਰਜ਼ੀ ਨਾਲ ਆ ਜਾਣ ਤੇ ਆ ਜਾਣ। ਮੈਂ ਗਾਉਣਾ ਵਾਂ ਕਿਉਂਕਿ ਮੇਰੀ ਨਿਗਾਹ ਤੁਹਾਡੇ ਤੇ ਰਹਿੰਦੀ ਹੈ ਕਿ ਮੈਂ ਵਧੀਆ ਗਾਵਾਂਗਾ ਤਾਂ ਬਾਦਸ਼ਾਹ ਖੁਸ਼ ਹੋ ਕੇ ਪਤਾ ਨਹੀਂ ਕਿਹੜੀ ਵੱਡੀ ਚੀਜ਼ ਦੇਦਾ। ਮੇਰੀ ਨਿਗਾਹ ਤੁਹਾਨੂੰ ਖੁਸ਼ ਕਰਨ ਦੇ ਉੱਤੇ ਲੱਗੀ ਰਹਿੰਦੀ ਹੈ ਕਿ ਬਾਦਸ਼ਾਹ ਸਲਾਮਤ ਖੁਸ਼ ਹੋ ਜਾਏਗਾ, ਆਪਣੇ ਗਲ ਦੇ ਵਿੱਚੋਂ ਹੀਰਿਆਂ ਦਾ ਹਾਰ ਲਾ ਕੇ ਦੇ ਦੇਗਾ। ਸਾਡੀ ਨਿਗਾਹ ਇਸ ਚੀਜ਼ ਦੇ ਉੱਤੇ ਲੱਗੀ ਰਹਿੰਦੀ, ਪਰ ਉਹਨਾਂ ਦੀ ਨਿਗਾਹ ਕਿਸੇ ਬਾਦਸ਼ਾਹ ਦੀ ਰਹਿਮਤ ਉੱਪਰ ਨਹੀਂ ਲੱਗੀ ਕਿ ਬਾਦਸ਼ਾਹ ਕੁਝ ਦੇਵੇਗਾ ਖੁਸ਼ ਹੋ ਕੇ। ਉਹਨਾਂ ਦੀ ਨਿਗਾਹ ਤਾਂ ਉਹਨਾਂ ਨੂੰ ਤਾਂ ਮਿਲਿਆ ਹੋਇਆ ਹੈ ਪਰਮੇਸ਼ਰ, ਉਹਨਾਂ ਨੂੰ ਤਾਂ ਸਭ ਕੁਝ ਮਿਲਿਆ ਹੋਇਆ। ਅਸੀਂ ਗਾਉਂਦੇ ਹਾਂ ਕਿ ਗਾ ਕੇ ਕੁਝ ਮਿਲੇਗਾ, ਉਹ ਗਾਉਂਦੇ ਨੇ ਕਿਉਂਕਿ ਉਹਨਾਂ ਨੂੰ ਵਾਹਿਗੁਰੂ ਮਿਲਿਆ ਹੋਇਆ ਹੈ। ਉਹ ਆਨੰਦ ਵਿੱਚ ਗਾਉਂਦੇ ਨੇ ਤੇ ਅਸੀਂ ਮਾਇਆ ਦੇ ਲਈ ਗਾਉਂਦੇ ਹਾਂ। ਉਹਨੇ ਕਿਹਾ ਕਿ ਮੈਨੂੰ ਨਹੀਂ ਯਕੀਨ, ਜੇ ਐਸੀ ਗੱਲ ਹੈ ਤਾਂ ਫਿਰ ਉਹ ਨਹੀਂ ਆ ਸਕਦੇ ਇੱਥੇ, ਤਾਂ ਤੂੰ ਮੈਨੂੰ ਉਹਨਾਂ ਕੋਲ ਲੈ ਚੱਲ। ਤਾਨਸੈਨ ਨੇ ਕਿਹਾ ਕਿ ਲੈ ਤੇ ਚੱਲਾਂ, ਪਰ ਇਹਦੇ ਵਿੱਚ ਵੀ ਇੱਕ ਦਿੱਕਤ ਹੈ, ਕਿਉਂਕਿ ਉਹਨਾਂ ਦਾ ਕੋਈ ਪੱਕਾ ਨਹੀਂ ਹੈ ਕਿ ਉਹ ਕਿਸ ਵਕਤ ਗਾਉਣਗੇ। ਕਿ ਤੁਹਾਡੇ ਦਰਬਾਰ ਦਾ ਤੇ ਪਤਾ ਹੈ ਕਿ ਹਾਂ ਜੀ ਫਲਾਣੇ ਦਿਨ ਸ਼ਾਮ ਨੂੰ ਇੰਨੇ ਵਜੇ ਦਰਬਾਰ ਲੱਗਣਾ, ਪਰ ਫਕੀਰਾਂ ਦਾ ਥੋੜ੍ਹੀ ਨਾ ਪਤਾ ਹੁੰਦਾ ਕਿ ਉਹਨਾਂ ਨੇ ਕਦੋਂ ਗਾਉਣਾ ਤੇ ਕਦੋਂ ਨਹੀਂ ਗਾਉਣਾ। ਫਕੀਰ ਤਾਂ ਆਪਣੀ ਮਰਜ਼ੀ ਦਾ ਮਾਲਕ ਹੈ, ਉਹ ਤੇ ਆਪਣੀ ਮੌਜ ਵਿੱਚ ਗਾਉਂਦਾ ਹੈ। ਤਾਂ ਅਕਬਰ ਨੇ ਕਿਹਾ ਕਿ ਫਿਰ ਤੂੰ ਜਾ ਪਤਾ ਕਰ ਕਿ ਉਹ ਕਦੋਂ ਗਾਉਂਦੇ ਨੇ। ਤਾਨਸੈਨ ਦਾ ਗੁਰੂ ਹਰਦਾਸ, ਤਾਨਸੈਨ ਨੇ ਪਤਾ ਕੀਤਾ ਕਿ ਉਹ ਅੰਮ੍ਰਿਤ ਵੇਲੇ ਤੜਕੇ ਉੱਠਦੇ ਨੇ, ਤਾਂ ਉਦੋਂ ਉਹ ਉਸ ਵਕਤ ਗਾਉਂਦੇ ਨੇ। ਉਸ ਤੋਂ ਬਿਨਾਂ ਉਹ ਦਿਨ ਵਿੱਚ ਬਹੁਤਾ ਬੋਲਦੇ ਨਹੀਂ, ਬਹੁਤਾ ਕਿਸੇ ਨਾਲ ਗੱਲਬਾਤ ਨਹੀਂ ਕਰਦੇ। ਸਿਖਾਉਂਦੇ ਨੇ ਸੰਗੀਤ, ਪਰ ਉਹ ਆਪਣੀ ਮਰਜ਼ੀ ਨਾਲ, ਆਪਣੀ ਮੌਜ ਨਾਲ ਉਹ ਤੜਕੇ ਗਾਉਂਦੇ ਨੇ। ਅਕਬਰ ਨੇ ਕਿਹਾ ਕਿ ਮੈਂ ਜ਼ਰੂਰ ਸੁਣਨਾ ਚਾਹਾਂਗਾ। ਅਕਬਰ ਤੇ ਤਾਨਸੈਨ ਤੇ ਕੁਝ ਕੁ ਆਪਣੇ ਸਿਪਾਹੀਆਂ ਨੂੰ ਲੈ ਕੇ ਅਕਬਰ ਤੜਕੇ ਹੀ ਉਸ ਜਗ੍ਹਾ ਜਾ ਪਹੁੰਚਾ ਜਿੱਥੇ ਹਰਦਾਸ ਗਾਉਂਦਾ ਹੈ। ਲੁਕ ਗਏ, ਹੁਣ ਉਡੀਕ ਕਰਨ ਲੱਗੇ ਕਿ ਉਹ ਗਾਉਣਗੇ ਤੇ ਅਸੀਂ ਸੁਣੀਏ। ਉਹ ਉਡੀਕ ਕਰ ਰਹੇ ਨੇ
ਕਾਫੀ ਸਮਾਂ ਬੀਤ ਗਿਆ। ਹਰਦਾਸ ਨੇ ਗਾਉਣਾ ਆਰੰਭ ਕੀਤਾ। ਜਦੋਂ ਹਰਦਾਸ ਨੇ ਗਾਇਆ ਤਾਂ ਅਕਬਰ ਤੇ ਜਿਵੇਂ ਪੱਥਰ ਦੀ ਮੂਰਤੀ ਹੋ ਗਿਆ ਹੋਵੇ। ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਰਹੇ ਸਨ। ਉਹਦੀਆਂ ਅੱਖਾਂ ਝਪਕ ਵੀ ਨਹੀਂ ਰਹੀਆਂ ਸਨ, ਕਿਉਂਕਿ ਮਾਨੋ ਕਿ ਉਸ ਨੂੰ ਕੁਝ ਅਲੌਕਿਕ ਜਿਹੀ ਚੀਜ਼ ਦਾ ਅਹਿਸਾਸ ਹੋਇਆ ਹੋਵੇ। ਜਦੋਂ ਤਾਨਸੇਨ ਦੇ ਗੁਰੂ ਨੇ ਗਾਉਣਾ ਬੰਦ ਕੀਤਾ ਕਾਫੀ ਸਮੇਂ ਬਾਅਦ, ਕਿਉਂਕਿ ਫਕੀਰ ਆਦਮੀ, ਰਮਜ਼ੀ ਆਦਮੀ ਜਿਹੜਾ ਹੈ ਉਹ ਆਪਣੀ ਮਰਜ਼ੀ ਨਾਲ ਹੀ ਸ਼ੁਰੂ ਕਰਦਾ ਤੇ ਮਰਜ਼ੀ ਨਾਲ ਹੀ ਬੰਦ ਕਰਦਾ। ਜਦੋਂ ਉਹਨਾਂ ਨੇ ਗਾਉਣਾ ਬੰਦ ਕੀਤਾ ਤਾਂ ਅਕਬਰ ਨੇ ਤਾਨਸੇਨ ਨੂੰ ਕਿਹਾ ਕਿ ਤਾਨਸੇਨ, ਮੈਂ ਸਮਝਦਾ ਸਾਂ ਕਿ ਤੇਰੇ ਤੋਂ ਵੱਡਾ ਕੋਈ ਹੋਰ ਨਹੀਂ ਹੋ ਸਕਦਾ, ਪਰ ਅੱਜ ਮੈਨੂੰ ਲੱਗਿਆ ਕਿ ਤੂੰ ਆਪਣੇ ਉਸਤਾਦ ਦੇ ਪੈਰਾਂ ਦੀ ਧੂੜ ਵਰਗਾ ਵੀ ਨਹੀਂ ਹੈ। ਤੂੰ ਉਹਦੇ ਸਾਹਮਣੇ ਕੱਖ ਵੀ ਨਹੀਂ। ਤਾਨਸੇਨ ਨੇ ਇਸ ਗੱਲ ਦਾ ਬੁਰਾ ਨਹੀਂ ਮਨਾਇਆ। ਸਿਆਣੇ ਲੋਕ ਇਹੋ ਜਿਹੀਆਂ ਗੱਲਾਂ ਦਾ ਬੁਰਾ ਨਹੀਂ ਮਨਾਉਂਦੇ, ਮੂਰਖ ਲੋਕ ਬੁਰਾ ਮਨਾਉਂਦੇ ਨੇ। ਉਸਨੇ ਕਿਹਾ, ਜੀ ਹਾਂ, ਬਿਲਕੁਲ ਸਹੀ, ਤੁਸੀਂ ਸਹੀ ਫਰਮਾਇਆ। ਮੈਂ ਆਪਣੇ ਉਸਤਾਦ ਦੇ ਪੈਰ ਦੀ ਧੂੜ ਵਰਗਾ ਵੀ ਨਹੀਂ ਹਾਂ, ਕਿਉਂਕਿ ਮੇਰਾ ਉਸਤਾਦ, ਉਸ ਨੂੰ ਕੁਝ ਮਿਲਿਆ ਹੋਇਆ ਹੈ, ਉਹ ਤਾਂ ਗਾਉਂਦਾ ਹੈ। ਮੈਨੂੰ ਮਿਲਣ ਦੀ ਆਸ ਹੁੰਦੀ ਹੈ ਕਿ ਬਾਦਸ਼ਾਹ ਕੁਝ ਦੇਵੇਗਾ, ਮੈਂ ਤਾਂ ਗਾਉਣਾ ਹੈ। ਬਸ ਸਾਡੇ ਦੋਨਾਂ ਦੇ ਗਾਉਣ ਦਾ ਇਹੀ ਅੰਤਰ ਹੈ ਕਿ ਉਹ ਨਿਸ਼ਕਾਮ ਗਾਉਂਦਾ ਹੈ ਤੇ ਮੈਂ ਕਾਮਨਾ ਸਹਿਤ ਗਾਉਂਦਾ ਹਾਂ। ਬਸ ਇਹੀ ਅੰਤਰ ਹੈ। ਮੈਂ ਤੁਹਾਨੂੰ ਖੁਸ਼ ਕਰਨ ਲਈ ਗਾਉਣਾ, ਉਹ ਪਰਮੇਸ਼ਰ ਨੂੰ ਖੁਸ਼ ਕਰਨ ਲਈ ਗਾਉਂਦਾ ਹੈ। ਜਿਹੜੇ ਉਸ ਪਰਮੇਸ਼ਰ ਨੂੰ ਖੁਸ਼ ਕਰਨ ਲਈ ਗਾਉਂਦੇ ਨੇ ਉਹੀ ਪ੍ਰਵਾਨ ਹੁੰਦੇ ਨੇ, ਉਹੀ ਉਹਦੇ ਦਰ ਤੇ ਕਬੂਲ ਪੈਂਦੇ ਨੇ। ਇਸ ਲਈ ਤੁਸੀਂ ਗਾਓ, ਉਹਦੇ ਸ਼ਬਦ ਨੂੰ ਪੜ੍ਹੋ, ਉਸ ਨੂੰ ਸੁਣੋ, ਉਹਦਾ ਆਨੰਦ ਲਓ, ਤੇ ਪਰ ਉਸ ਪ੍ਰਮਾਤਮਾ ਲਈ, ਉਸ ਵਾਹਿਗੁਰੂ ਲਈ, ਕਿਸੇ ਬੰਦੇ ਲਈ ਨਹੀਂ, ਕਿਸੇ ਨੂੰ ਸੁਣਾਉਣ ਲਈ ਨਹੀਂ ਕਿ ਦੂਸਰਾ ਸੁਣ ਕੇ ਖੁਸ਼ ਹੋ ਜਾਏ। ਦੂਸਰਾ ਸੁਣ ਕੇ ਖੁਸ਼ ਹੋਏਗਾ ਤੇ ਕੋਈ ਮਾਇਆ ਦੇ ਜਾਏਗਾ, ਨਹੀਂ, ਉਹ ਕਹਿ ਜਾਏਗਾ, ਉਹ ਹੱਲਾਸ਼ੇਰੀ ਦੇ ਜਾਏਗਾ, ਤੂੰ ਬਹੁਤ ਵਧੀਆ ਕੰਮ ਕਰਦਾ ਹੈ। ਨਹੀਂ, ਉਸ ਪਰਮੇਸ਼ਰ ਲਈ। ਕਿਉਂਕਿ ਜਦੋਂ ਪਰਮੇਸ਼ਰ ਸ਼ਾਬਾਸ਼ੀ ਦਿੰਦਾ ਹੈ ਤਾਂ ਉਹਦੇ ਸਾਹਮਣੇ ਦੁਨੀਆ ਦੀਆਂ ਸ਼ਾਬਾਸ਼ੀਆਂ ਕੱਖ ਵੀ ਨਹੀਂ ਹੈ। ਜਦੋਂ ਪਰਮੇਸ਼ਰ ਥਾਪੜਾ ਦਿੰਦਾ ਹੈ, ਜਦੋਂ ਉਹ ਸਿਰ ਤੇ ਹੱਥ ਰੱਖਦਾ ਹੈ ਕਿ ਤੂੰ ਬਹੁਤ ਵਧੀਆ ਹੈ, ਗੱਲ ਫਿਰ ਬਣਦੀ ਹੈ। ਦੁਨੀਆ ਦੇ ਵਧੀਆ ਕਹਿਣ ਨਾਲ ਕੁਝ ਨਹੀਂ ਹੁੰਦਾ। ਇਸ ਲਈ ਸਤਿਗੁਰੂ ਕਹਿੰਦੇ, ਮੈਂ ਉਸ ਵਾਹਿਗੁਰੂ ਦਾ ਕੀਰਤਨ ਕਰਦਾ ਵਾਂ, ਮੈਂ ਉਹਦੀ ਸਿਫਤ ਸਲਾਹ ਕਰਦਾ। ਤੁਹਾਡਾ ਹਰ ਕਰਮ ਉਹਦੀ ਸਿਫਤ ਸਲਾਹ ਹੋ ਜਾਏ, ਹਰ ਪਾਸੇ ਨੂੰ ਚੱਲਿਆ ਕਦਮ ਉਸ ਵਾਹਿਗੁਰੂ ਦੇ ਪਾਸੇ ਨੂੰ ਚੱਲਿਆ ਕਦਮ ਹੋ ਜਾਵੇ। ਹਾਂ, ਅਨ ਦਿਨ ਹਰ ਨਾਮ ਕੀਰਤਨ ਕਰੋ, ਸਤਿਗੁਰ ਮੋਕੋ ਹਰ ਨਾਮ ਬਤਾਇਆ। ਗੁਰੂ ਨੇ ਮੈਨੂੰ ਵਾਹਿਗੁਰੂ ਦਾ ਨਾਮ ਦੱਸਿਆ ਕਿ ਇਹੀ ਸਭ ਤੋਂ ਉੱਤਮ ਹੈ। ਸਤਿਗੁਰ ਮੋਕੋ ਹਰ ਨਾਮ ਬਤਾਇਆ, ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ। ਮੈਂ ਉਸ ਵਾਹਿਗੁਰੂ ਤੋਂ ਬਿਨਾਂ ਇੱਕ ਪਲ, ਖਿਨ ਪਲ ਵੀ ਮੈਂ ਉਹਦੇ ਤੋਂ ਰਹਿ ਨਹੀਂ ਸਕਦਾ, ਉਹਦੇ ਤੋਂ ਬਿਨਾਂ। ਜਦੋਂ ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਜ਼ਿਕਰ ਕੀਤਾ, ਸਤਿਗੁਰੂ ਕਹਿੰਦੇ ਜਿਵੇਂ ਅਮਲੀ ਅਮਲ ਬਿਨਾਂ ਨਹੀਂ ਰਹਿ ਸਕਦਾ, ਉਹ ਸਭ ਚੀਜ਼ਾਂ ਤੋਂ ਬਿਨਾਂ ਰਹਿ ਸਕਦਾ, ਉਹ ਸਭ ਚੀਜ਼ਾਂ ਦਾ ਦੁੱਖ ਬਰਦਾਸ਼ਤ ਕਰ ਸਕਦਾ, ਪਰ ਉਹਨੂੰ ਅਮਲ ਨਾ ਮਿਲੇ, ਉਹ ਇਸ ਗੱਲ ਦਾ ਦੁੱਖ ਨਹੀਂ ਬਰਦਾਸ਼ਤ ਕਰ ਸਕਦਾ। ਅਮਲ ਤੋਂ ਬਿਨਾਂ ਮਰ ਜਾਂਦਾ ਹੈ ਉਹ। ਮਛਲੀ ਪਾਣੀ ਤੋਂ ਬਿਨਾਂ ਮਰ ਜਾਂਦੀ। ਸਤਿਗੁਰੂ ਕਹਿੰਦੇ ਐਸਾ ਹੀ ਉਸ ਵਾਹਿਗੁਰੂ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਜਿਵੇਂ ਅਮਲੀ ਨੂੰ ਤੋੜ ਲੱਗਦੀ ਹੈ, ਉਹਨੂੰ ਤੋੜ ਲੱਗਦੀ ਨਾ ਕਿ ਉਹ ਕਿਵੇਂ ਦੁਖੀ ਹੁੰਦਾ ਹੈ, ਉਹਦਾ ਦੁੱਖ, ਉਹਦਾ ਤਣਾਅ, ਉਸ ਦੇ ਹਿਰਦੇ ਵਿੱਚ ਜੋ ਉਸ ਵੇਲੇ ਉਹਨੂੰ ਮਹਿਸੂਸ ਹੁੰਦਾ ਹੈ, ਇਹ ਉਹੀ ਜਾਣਦਾ ਹੈ, ਕੋਈ ਦੂਸਰਾ ਨਹੀਂ। ਉਸ ਨੂੰ ਇੰਝ ਲੱਗਦਾ ਕਿ ਜਿਵੇਂ ਮੇਰੇ ਸਰੀਰ ਵਿੱਚੋਂ ਕੁਝ ਨਿਕਲ ਚੱਲਿਆ, ਜਿਵੇਂ ਮੇਰੀ ਜਿੰਦ ਨਿਕਲ ਚੱਲੀ, ਜਾਨ ਨਿਕਲ ਚੱਲੀ। ਅਮਲੀ ਦੀ ਹਾਲਤ, ਨਸ਼ੇੜੀ ਬੰਦੇ ਦੀ ਹਾਲਤ ਐਸੀ ਹੁੰਦੀ। ਜਿਹੜਾ ਉਸ ਵਾਹਿਗੁਰੂ ਨਾਲ ਜੁੜਿਆ ਹੋਇਆ,
ਉਸ ਨੂੰ ਵੀ ਇੰਜ ਲੱਗਦਾ ਹੈ ਕਿ ਜੇ ਉਸ ਨੂੰ ਨਹੀਂ ਸਿਮਰਾਂਗਾ ਤਾਂ ਐਸਾ ਹੀ ਹੋ ਜਾਵਾਂਗਾ ਕਿ ਸਰੀਰ ਵਿੱਚੋਂ ਜਾਨ ਨਿਕਲ ਜਾਏਗੀ, ਮਰ ਜਾਵਾਂਗਾ ਉਹਦੇ ਬਿਨਾਂ। ਹਾਂ ਹਰ ਬਿਨ ਖਿਨ ਪਲ ਰਹਿ ਨਾ ਸਕਾਂ, ਮੈਂ ਉਹਦੇ ਬਿਨਾਂ ਇੱਕ ਪਲ ਵੀ ਰਹਿ ਨਹੀਂ ਸਕਦਾ। ਰਹਾਓ ਹਮਰੇ ਸ਼ਰਵਣ ਸਿਮਰਨ ਹਰ ਕੀਰਤਨ। ਸਤਿਗੁਰੂ ਕਹਿੰਦੇ ਮੇਰੇ ਕੰਨਾਂ ਵਿੱਚ ਹਰ ਵੇਲੇ ਉਹਦਾ ਕੀਰਤਨ, ਉਹਦੀ ਹੀ ਸਿਫਤ ਸਲਾਹ। ਹਮਰੇ ਸ਼ਰਵਣ ਸਿਮਰਨ ਹਰ ਕੀਰਤਨ, ਉਹਦਾ ਹੀ ਸਿਮਰਨ ਤੇ ਉਹਦੀ ਹੀ ਸਿਫਤ ਸਲਾਹ, ਉਹਦਾ ਹੀ ਕੀਰਤਨ। ਤੁਸੀਂ ਆਪਣੇ ਕੰਨਾਂ ਰਾਹੀਂ ਕੀ ਸੁਣਦੇ ਹੋ? ਜੇ ਤਾਂ ਵਾਹਿਗੁਰੂ ਵਿੱਚ ਬਿਰਤੀ ਲੱਗੀ ਹੋਈ ਹੈ, ਮਨ ਉਹਦੇ ਵਿੱਚ ਲੱਗਾ ਹੋਇਆ, ਤਾਂ ਦੁਨਿਆਵੀ ਗੀਤ ਵੀ ਪ੍ਰਮਾਤਮਾ ਵਾਲੇ ਪਾਸੇ ਨੂੰ ਜੋੜ ਦੇਵੇਗਾ, ਤਾਂ ਉਹ ਵੀ ਪਰਮੇਸ਼ਰ ਵੱਲ ਨੂੰ ਜੋੜ ਦੇਗਾ। ਤੁਹਾਡੇ ਸਾਹਮਣੇ ਕੁਝ ਵੀ ਵਾਪਰੇਗਾ, ਤੁਸੀਂ ਕੁਝ ਵੀ ਦੇਖੋਗੇ, ਕੁਝ ਵੀ ਸੁਣੋਗੇ, ਉਹ ਵਾਹਿਗੁਰੂ ਨਾਲ ਜੋੜੇਗਾ ਤੁਹਾਨੂੰ, ਜੇ ਵਾਹਿਗੁਰੂ ਨਾਲ ਜੁੜਨ ਦੀ ਚਾਹਤ ਹੈ। ਕਿਉਂਕਿ ਐਸਾ ਹੀ ਹੈ, ਜਿਸ ਚੀਜ਼ ਦੀ ਸਾਡੇ ਮਨ ਅੰਦਰ ਚਾਹਤ ਹੈ, ਸਾਡਾ ਮਨ ਉਹੋ ਜਿਹਾ ਹੀ ਮਾਹੌਲ ਕ੍ਰੀਏਟ ਕਰਦਾ ਰਹਿੰਦਾ ਹੈ, ਇਹ ਉਹੋ ਜਿਹੀਆਂ ਵਿਚਾਰਾਂ ਪੈਦਾ ਕਰਦਾ ਰਹਿੰਦਾ ਹੈ। ਕਿਸੇ ਨੂੰ ਵੀ ਦੇਖੇਗਾ, ਕਿਸੇ ਨੂੰ ਵੀ ਸੁਣੇਗਾ, ਇਹ ਉਹੋ ਜਿਹੇ ਖਿਆਲ ਪੈਦਾ ਕਰੇਗਾ ਜੋ ਇਹਦੇ ਮਨ ਅੰਦਰ ਚੱਲ ਰਿਹਾ ਹੈ। ਇਸ ਲਈ ਸਤਿਗੁਰੂ ਕਹਿੰਦੇ ਹਰ ਵੇਲੇ ਮੈਂ ਉਸ ਨੂੰ ਹੀ ਸੁਣਦਾ ਵਾਂ, ਹਰ ਵੇਲੇ ਉਹਦਾ ਹੀ ਕੀਰਤਨ, ਉਹਦੀ ਹੀ ਸਿਫਤ ਸਲਾਹ ਮੇਰੇ ਕੰਨਾਂ ਵਿੱਚ ਮੈਨੂੰ ਸੁਣਾਈ ਦਿੰਦੀ ਹੈ। ਹਮਰੇ ਸ਼ਰਵਣ ਸਿਮਰਨ ਹਰ ਕੀਰਤਨ, ਹਾਂ ਹਰ ਬਿਨ ਰਹਿ ਨਾ ਸਕਾਂ, ਹਾਂ ਇੱਕ ਖਿਨ, ਮੈਂ ਉਹਦੇ ਬਿਨਾਂ ਇੱਕ ਖਿਨ ਵੀ ਰਹਿ ਨਹੀਂ ਸਕਦਾ। ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ, ਜਿਵੇਂ ਹੰਸ ਸਰੋਵਰ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਸਰੋਵਰ ਤੇ ਹੀ ਉਹਦੀ ਖੁਰਾਕ ਹੈ। ਹੰਸਾਂ ਹੀਰਾ ਮੋਤੀ ਚੁਗਣਾ, ਉਹਦੀ ਖੁਰਾਕ ਤੇ ਮੋਤੀ ਹੈ, ਤੇ ਉਹ ਸਰਵਰ ਤੇ ਸਰੋਵਰ ਤੇ ਹੀ ਮਿਲੇਗੀ। ਤੇ ਇਹ ਵੀ ਨਹੀਂ ਕਿ ਕਿਸੇ ਆਮ ਸਰੋਵਰ ਤੇ ਮਿਲ ਜਾਏਗੀ, ਕਿ ਕਿਸੇ ਵੀ ਸਰੋਵਰ ਤੇ ਜਾ ਕੇ ਬਹਿ ਜਾਏਗਾ, ਨਹੀਂ। ਉਹਦੀ ਭੁੱਖ ਖਾਸ ਸਰੋਵਰ, ਉਹਨੂੰ ਮਾਨ ਸਰੋਵਰ ਕਹਿੰਦੇ ਨੇ, ਕਿ ਉਸ ਵਾਹਿਗੁਰੂ ਦਾ ਸਰੋਵਰ, ਉੱਥੋਂ ਹੀ ਉਹਦੀ ਭੁੱਖ ਮਿਟਣੀ, ਉਸ ਤੋਂ ਬਿਨਾਂ ਨਹੀਂ। ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ, ਐਸੇ ਹਰ ਜਨ ਕਿਉਂ ਰਹਿ ਹਰ ਸੇਵਾ ਬਿਨ। ਸਤਿਗੁਰੂ ਕਹਿੰਦੇ ਤਿਵੇਂ ਹੀ ਵਾਹਿਗੁਰੂ ਦਾ ਜਨ, ਪਰਮੇਸ਼ਰ ਦਾ ਪਿਆਰਾ, ਉਹਦੀ ਸੇਵਾ ਤੋਂ ਬਿਨਾਂ ਕਿਵੇਂ ਰਹੇ? ਉਹ ਕਿਵੇਂ ਰਹੇਗਾ? ਉਹ ਨਹੀਂ ਰਹਿ ਸਕਦਾ। ਇਸ ਲਈ ਉਹ ਉਹਦੀ ਸੇਵਾ ਦੇ ਵਿੱਚ ਜੁੜਿਆ ਰਹਿੰਦਾ ਹੈ। ਉਹਦਾ ਤਨ, ਉਹਦਾ ਮਨ ਹਰ ਵੇਲੇ ਉਹਦੀ ਸੇਵਾ ਵਿੱਚ ਜੁੜਿਆ ਰਹਿੰਦਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖਾਂ ਨੂੰ ਇੱਕ ਦਿਨ ਪੁੱਛਿਆ ਕਿ ਜੇਠਾ ਕਈ ਦਿਨਾਂ ਤੋਂ ਨਜ਼ਰ ਨਹੀਂ ਆ ਰਿਹਾ, ਕੀ ਹੋਇਆ? ਉਹ ਕਿੱਧਰੇ ਗਿਆ ਹੋਇਆ? ਤਾਂ ਸਿੱਖਾਂ ਨੇ ਜਵਾਬ ਦਿੱਤਾ ਕਿ ਸਤਿਗੁਰੂ ਜੀ ਨਹੀਂ, ਉਹ ਤਾਂ ਕਿਤੇ ਨਹੀਂ ਗਏ। ਤਾਂ ਗੁਰੂ ਅਮਰਦਾਸ ਨੇ ਪੁੱਛਿਆ ਕਿ ਜੇ ਉਹ ਕਿਤੇ ਗਏ ਨਹੀਂ ਤਾਂ ਫਿਰ ਉਹ ਦਰਬਾਰ ਵਿੱਚ ਦਿਖਾਈ ਕਿਉਂ ਨਹੀਂ ਦਿੱਤੇ? ਕਈ ਦਿਨਾਂ ਤੋਂ ਨਜ਼ਰ ਕਿਉਂ ਨਹੀਂ ਆਏ? ਤਾਂ ਸਿੱਖਾਂ ਆਖਿਆ ਕਿ ਸੱਚੇ ਪਾਤਸ਼ਾਹ ਉਹ ਹਰ ਵੇਲੇ ਸੇਵਾ ਵਿੱਚ ਲੱਗੇ ਰਹਿੰਦੇ ਨੇ, ਹਰ ਵੇਲੇ ਤੜਕੇ ਤੋਂ ਸਾਰਿਆਂ ਦੇ ਉੱਠਣ ਤੋਂ ਪਹਿਲਾਂ ਉੱਠ ਜਾਂਦੇ ਨੇ, ਸਾਰੀਆਂ ਚੀਜ਼ਾਂ ਦਾ ਬੰਦੋਬਸਤ ਕਰਦੇ ਨੇ, ਤੁਹਾਡੇ ਇਸ਼ਨਾਨ ਦਾ ਬੰਦੋਬਸਤ ਕਰਦੇ ਨੇ, ਪਾਣੀ ਦਾ, ਹੋਰ ਚੀਜ਼ਾਂ ਦਾ, ਫਿਰ ਲੰਗਰ ਵਿੱਚ ਸੇਵਾ ਕਰਦੇ ਨੇ, ਫਿਰ ਜਿਹੜੀਆਂ ਸੰਗਤਾਂ ਦਰਬਾਰ ਵਿੱਚ ਆ ਬੈਠਦੀਆਂ ਨੇ ਉਹਨਾਂ ਦੀ ਸੇਵਾ ਕਰਦੇ ਨੇ, ਫਿਰ ਜਿਹੜੀ ਸੇਵਾ ਚੱਲਦੀ ਬੌਲੀ ਦੀ ਉਹਦੇ ਵਿੱਚ ਸਾਰਾ ਦਿਨ ਸੇਵਾ ਕਰਦੇ ਰਹਿੰਦੇ ਨੇ, ਸੰਗਤਾਂ ਦੇ ਕੋਲ ਸੇਵਾ ਕਰਾਉਂਦੇ ਨੇ, ਸੰਗਤਾਂ ਸੇਵਾ ਕਰਕੇ ਆਪੋ ਆਪਣੇ ਘਰਾਂ ਨੂੰ ਚਲੀਆਂ ਜਾਂਦੀਆਂ, ਫਿਰ ਜਿਹੜਾ ਸਾਜੋ ਸਮਾਨ ਹੁੰਦਾ ਫਿਰ ਉਹਨੂੰ ਸਾਂਭਦੇ ਨੇ, ਫਿਰ ਉਸ ਤੋਂ ਬਾਅਦ ਜੋ ਸ਼ਾਮ ਦਾ ਪ੍ਰਸ਼ਾਦਾ ਤਿਆਰ ਹੋਣਾ ਫਿਰ ਉਹਦੇ ਵਿੱਚ ਸੇਵਾ ਕਰਦੇ ਨੇ, ਫਿਰ ਸੰਗਤਾਂ ਨੂੰ ਪ੍ਰਸ਼ਾਦਾ ਛਕਾਉਂਦੇ ਨੇ, ਸੰਗਤ ਪ੍ਰਸ਼ਾਦਾ ਛਕ ਕੇ ਚਲੀ ਜਾਂਦੀ ਹੈ, ਜੋ ਭਾਂਡੇ ਸਾਂਭਣ ਵਾਲੇ ਨੇ, ਧੋਣ ਵਾਲੇ ਨੇ, ਉਹਨਾਂ ਨੂੰ ਸਾਂਭਦੇ ਨੇ, ਧੋਂਦੇ ਨੇ, ਸੇਵਾ ਕਰਦੇ ਨੇ, ਫਿਰ ਸਾਰੇ ਆਪੋ ਆਪਣੇ ਆਰਾਮ ਕਰਨ ਦੀ ਥਾਂ ਚਲੇ ਜਾਂਦੇ ਨੇ, ਸੌਂ ਜਾਂਦੇ ਨੇ। ਤੇ ਜੇਠਾ ਜੀ ਸਾਰਾ ਕੁਝ ਨਿਬੇੜ ਕੇ ਜਦੋਂ ਸਾਰੇ ਜਣੇ ਸੌਂ ਜਾਂਦੇ ਨੇ ਫਿਰ ਉਹ ਆਰਾਮ ਕਰਨ ਵਾਸਤੇ ਜਾਂਦੇ ਨੇ।
ਇਸ ਲਈ ਉਹ ਇੰਨਾ ਕੁ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ ਕਿ ਉਹਨਾਂ ਕੋਲ ਸਮਾਂ ਹੀ ਨਹੀਂ ਮਿਲਦਾ ਕਿ ਉਹ ਤੁਹਾਡੇ ਦਰਸ਼ਨ ਕਰਨ ਆ ਕੇ। ਸਤਿਗੁਰੂ ਨੇ ਇੱਥੇ ਜਿਹੜੀ ਗੱਲ ਕਹੀ ਗੁਰੂ ਰਾਮਦਾਸ ਮਹਾਰਾਜ ਨੇ, ਸਤਿਗੁਰੂ ਕਹਿੰਦੇ ਹਾਂ ਉਹਦੇ ਤੋਂ ਬਿਨਾਂ ਰਹਿ ਨਹੀਂ ਸਕਦਾ। ਹਰ ਜਨ ਕਿਉਂ ਰਹੇ ਹਰ ਸੇਵਾ ਬਿਨ, ਉਹਦੀ ਸੇਵਾ ਤੋਂ ਬਿਨਾਂ ਨਹੀਂ ਰਹਿੰਦਾ। ਹਰ ਵੇਲੇ ਉਹਦੀ ਸੇਵਾ ਵਿੱਚ ਜੁੜਿਆ, ਹਰ ਵਕਤ। ਉਹਨਾਂ ਦਾ ਸੌਣਾ ਬਹੁਤ ਘੱਟ ਹੈ। ਉਹ ਸੌਂਦੇ ਜ਼ਰੂਰ ਨੇ ਪਰ ਬਹੁਤ ਘੱਟ ਸੌਂਦੇ ਨੇ। ਜ਼ਿਆਦਾਤਰ ਸਮਾਂ ਉਹ ਸੇਵਾ ਵਿੱਚ ਲਗਾਉਂਦੇ ਨੇ ਆਪਣਾ। ਉਹਦੇ ਸਿਮਰਨ, ਉਹਦੀ ਹੀ ਸੇਵਾ, ਹਰ ਵੇਲੇ ਧਿਆਨ ਉਹਦੇ ਵਿੱਚ ਹੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਕਿ ਗੁਰਸਿੱਖ ਦਾ ਜੀਵਨ ਐਸਾ ਹੀ ਹੈ। ਬੇਸ਼ੱਕ ਉਹਨਾਂ ਨੇ ਕਈ ਦਿਨਾਂ ਤੋਂ ਆ ਕੇ ਇੱਥੇ ਦਰਸ਼ਨ ਨਹੀਂ ਕੀਤੇ, ਨਾ ਆਪਣੇ ਦਰਸ਼ਨ ਦਿੱਤੇ, ਪਰ ਉਹ ਹਰ ਵੇਲੇ ਮੈਨੂੰ ਆਪਣੇ ਅੰਗ ਸੰਗ ਹੀ ਜਾਣਦਾ ਹੈ। ਹਰ ਵੇਲੇ ਹੀ ਉਸ ਨੂੰ ਮੇਰੇ ਦੀਦਾਰ ਹੁੰਦੇ ਹੀ ਨੇ। ਉਹਨੂੰ ਸੇਵਾ ਵਿੱਚੋਂ ਵੀ ਮੇਰਾ ਦੀਦਾਰ ਹੋ ਜਾਂਦਾ ਹੈ, ਉਹਨੂੰ ਸਿਮਰਨ ਵਿੱਚੋਂ ਵੀ ਮੇਰਾ ਦੀਦਾਰ ਹੋ ਜਾਂਦਾ ਹੈ, ਹਰ ਥਾਂ। ਇਸ ਲਈ ਸਤਿਗੁਰੂ ਕਹਿੰਦੇ ਹਰੀ ਦਾ ਜਨ ਵਾਹਿਗੁਰੂ ਦਾ ਸੇਵਕ ਉਹਦੀ ਸੇਵਾ ਬਿਨਾਂ ਨਹੀਂ ਰਹਿੰਦਾ। ਕਿਨਹੂ ਪ੍ਰੀਤ ਲਾਈ ਦੂਜਾ ਭਾਉ ਰਿਦ ਧਾਰ। ਸਤਿਗੁਰੂ ਕਹਿੰਦੇ ਕਿਸੇ ਨੇ ਪ੍ਰੀਤ ਲਾਈ ਹੈ ਦੂਸਰਾ ਭਾਉ ਮਾਇਆ ਨਾਲ। ਕਿ ਕਈ ਲੋਕ ਗੁਰੂ ਨੂੰ ਸੇਵਦੇ ਤਾਂ ਹੈਗੇ ਨੇ ਪਰ ਉਹਨਾਂ ਦੇ ਮਨ ਅੰਦਰ ਦੂਜਾ ਭਾਉ ਹੈ। ਚੀਜ਼ਾਂ ਦੀ ਖਾਤਰ, ਰੁਤਬਿਆਂ ਦੀ ਖਾਤਰ, ਅਹੁਦਿਆਂ ਦੀ ਖਾਤਰ, ਮਾਇਆ ਦੀ ਖਾਤਰ, ਦੁਨੀਆ ਦੀਆਂ ਵਸਤੂਆਂ, ਦੁਨਿਆਵੀ ਵਸਤੂਆਂ ਦੀ ਖਾਤਰ ਉਹ ਗੁਰੂ ਨਾਲ ਪ੍ਰੀਤ ਕਰਦੇ ਨੇ। ਕਿਨਹੂ ਪ੍ਰੀਤ ਲਾਈ ਦੂਜਾ ਭਾਉ ਰਿਦ ਧਾਰ। ਕਿਨਹੂ ਪ੍ਰੀਤ ਲਾਈ ਮੋਹ ਅਪਮਾਨ। ਸਤਿਗੁਰੂ ਕਹਿੰਦੇ ਕਿਸੇ ਨੇ ਮੋਹ ਤੇ ਅਪਮਾਨ ਦੀ ਪ੍ਰੀਤ ਲਾਈ ਹੈ। ਕਿਸੇ ਨੂੰ ਮਾਇਆ ਦਾ ਮੋਹ ਹੈ, ਚੀਜ਼ਾਂ ਦਾ ਮੋਹ ਹੈ, ਭੈਣਾਂ ਭਾਈਆਂ ਦਾ, ਆਪਣੇ ਪਰਿਵਾਰ ਦਾ ਮੋਹ ਹੈ, ਤੇ ਕਿਸੇ ਨੂੰ ਮੋਹ ਹੈ, ਪ੍ਰੀਤ ਹੈ ਅਪਮਾਨ। ਕਈ ਐਸੇ ਬੰਦੇ ਹੁੰਦੇ ਨੇ, ਤੁਸੀਂ ਅਕਸਰ ਉਹਨਾਂ ਨੂੰ ਦੇਖੋਗੇ ਆਪਣੇ ਨੇੜੇ ਤੇੜੇ, ਕਿ ਉਹ ਦੂਸਰੇ ਦਾ ਅਪਮਾਨ ਕਰਨ ਵਿੱਚ ਬੜੀ ਖੁਸ਼ੀ ਮਹਿਸੂਸ ਕਰਦੇ ਨੇ, ਕਿ ਆਪਣੇ ਆਪ ਨੂੰ ਉਹ ਸਿਆਣਾ ਜਾਂ ਚਲਾਕ, ਬੜਾ ਸਮਝਦਾਰ, ਤੇ ਦੂਸਰੇ ਨੂੰ ਮੂਰਖ, ਬੁੱਧੂ, ਬੇਵਕੂਫ ਇਸ ਤਰੀਕੇ ਨਾਲ ਸਮਝਦੇ ਨੇ। ਇਸ ਲਈ ਉਹ ਇਹੋ ਜਿਹੀ ਗੱਲ ਕਰਨਗੇ ਕਿ ਜਿਹਦੇ ਨਾਲ ਦੂਸਰੇ ਦੀ ਇਨਸਲਟ ਹੋਵੇ, ਦੂਸਰੇ ਦਾ ਅਪਮਾਨ ਹੋਵੇ। ਉਹਨਾਂ ਨੂੰ ਦੂਸਰੇ ਦਾ ਅਪਮਾਨ ਕਰਨ ਵਿੱਚ ਜਾਂ ਗੱਲਾਂ ਵਿੱਚ ਬੰਦੇ ਨੂੰ ਨੀਵਾਂ ਦਿਖਾਉਣ ਵਿੱਚ, ਨੀਚਾ ਦਿਖਾਉਣ ਵਿੱਚ ਉਹਨਾਂ ਨੂੰ ਬੜੀ ਖੁਸ਼ੀ ਮਿਲਦੀ ਹੈ। ਕਈਆਂ ਦੀ ਪ੍ਰੀਤ ਇਸ ਚੀਜ਼ ਵਿੱਚ ਲੱਗੀ ਹੁੰਦੀ ਹੈ। ਸਤਿਗੁਰੂ ਕਹਿੰਦੇ ਕਿਨਹੂ ਪ੍ਰੀਤ ਲਾਈ ਮੋਹ ਅਪਮਾਨ। ਮੋਹ ਅਤੇ ਅਪਮਾਨ ਨਾਲ ਪ੍ਰੀਤ ਲੱਗੀ ਹੈ। ਪਰ ਇਹਨਾਂ ਨੂੰ ਜੇ ਕੋਈ ਸਾਹਮਣੇ ਵਾਲਾ ਕੁਝ ਇਹੋ ਜਿਹੀ ਗੱਲ ਕਹਿਦਾ ਤਾਂ ਫਿਰ ਇਹ ਸੜ ਬਲ ਜਾਂਦੇ ਨੇ, ਫਿਰ ਇਹਨਾਂ ਦਾ ਕ੍ਰੋਧ ਦੇਖਣ ਵਾਲਾ ਹੁੰਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਮਾਇਆਧਾਰੀ ਬੰਦਾ ਐਸਾ ਹੀ ਹੈ। ਉਹ ਮਾਇਆ ਨਾਲ ਪ੍ਰੀਤ ਕਰਦਾ ਹੈ, ਚੀਜ਼ਾਂ ਨਾਲ ਪ੍ਰੀਤ ਕਰਦਾ ਹੈ, ਮਾਨ ਅਪਮਾਨ ਵਿੱਚ ਜੁੜਿਆ ਰਹਿੰਦਾ ਹੈ। ਪਰ ਜਿਹੜਾ ਵਾਹਿਗੁਰੂ ਦਾ ਸੇਵਕ ਹੈ, ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ। ਪਰ ਵਾਹਿਗੁਰੂ ਦੇ ਪਿਆਰੇ ਨੇ ਵਾਹਿਗੁਰੂ ਨਾਲ ਪ੍ਰੀਤ ਪਾਈ। ਨਿਰਵਾਣ ਪਦ, ਨਿਰਵਾਣ ਪਦ ਮਤਲਬ ਵਾਸ਼ਨਾਵਾਂ ਤੋਂ ਰਹਿਤ ਅਵਸਥਾ। ਨਿਰਵਾਣ ਮਤਲਬ ਜਿੱਥੇ ਕੋਈ ਵਾਸਨਾ ਹੈ ਹੀ ਨਹੀਂ, ਜਿੱਥੇ ਮਾਨ ਅਪਮਾਨ ਦੀ ਕੋਈ ਗੱਲ ਹੀ ਨਹੀਂ। ਨਾ ਬੰਦਾ ਮਾਣ ਚਾਹੁੰਦਾ ਹੈ, ਨਾ ਅਪਮਾਨ ਤੋਂ ਡਰਦਾ ਹੈ। ਉਹ ਸਤਿਕਾਰ ਦੀ ਕਾਮਨਾ ਨਹੀਂ ਕਰਦਾ ਕਿ ਲੋਕ ਮੇਰਾ ਸਤਿਕਾਰ ਕਰਨ, ਤੇ ਉਹ ਇਸ ਗੱਲ ਤੋਂ ਡਰਦਾ ਵੀ ਨਹੀਂ ਕਿ ਕੋਈ ਮੇਰਾ ਅਪਮਾਨ ਨਾ ਕਰ ਦੇਵੇ। ਨਿਰਵਾਣ ਪਦ ਜਿੱਥੇ ਵਾਸਨਾ ਹੈ ਹੀ ਨਹੀਂ, ਨਾ ਉਸਤਤ ਨਾ ਨਿੰਦਾ, ਨਾ ਪਿਆਰ ਨਾ ਨਫ਼ਰਤ, ਨਾ ਸੁੱਖ ਨਾ ਦੁੱਖ, ਜਿੱਥੇ ਕੁਝ ਵੀ ਨਹੀਂ, ਜਿਹੜਾ ਸਭ ਚੀਜ਼ਾਂ ਤੋਂ ਮੁਕਤ, ਬਿਲਕੁਲ ਖਾਲੀ। ਸਤਿਗੁਰੂ ਕਹਿੰਦੇ ਇਹ ਨਿਰਵਾਣ ਪਦ। ਉਹ ਨਿਰਵਾਣ ਪਦ ਨਾਲ ਪ੍ਰੀਤ ਕਰਦਾ ਹੈ। ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ, ਨਾਨਕ ਸਿਮਰਤ ਹਰ ਹਰ ਭਗਵਾਨ। ਇਸ ਲਈ ਉਹ ਭਗਵਾਨ ਵਾਹਿਗੁਰੂ ਨੂੰ ਹਰ ਵੇਲੇ ਸਿਮਰਦਾ ਰਹਿੰਦਾ ਹੈ। ਉਹ ਹਰ ਵੇਲੇ ਪਰਮੇਸ਼ਰ ਨੂੰ ਹੀ ਸਿਮਰਦਾ ਰਹਿੰਦਾ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਮਾਈ ਹੇ ਮਾਂ, ਉਸ ਵਾਹਿਗੁਰੂ ਦੀ ਖਬਰ ਦੇ ਮੈਨੂੰ, ਉਸ ਪ੍ਰਮਾਤਮਾ ਦੀ ਗੱਲ ਦੱਸ। ਮਾਈ ਮੋਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ, ਮੈਨੂੰ ਉਸ ਪ੍ਰਮਾਤਮਾ ਬਾਰੇ ਦੱਸੋ।
ਮੈਨੂੰ ਉਸ ਮੇਰੇ ਪਿਆਰੇ ਬਾਰੇ ਦੱਸੋ, ਹੋਰ ਗੱਲਾਂ ਤੋਂ ਮੈਂ ਕੀ ਲੈਣਾ, ਤੁਸੀਂ ਮੈਨੂੰ ਉਸ ਪਰਮੇਸ਼ਰ ਦੀ ਗੱਲ ਦੱਸੋ। ਹਾਂ ਹਰ ਬਿਨ ਖਿਨ ਪਲ ਰਹਿ ਨਾ ਸਕਾਂ, ਮੈਂ ਉਸ ਵਾਹਿਗੁਰੂ ਤੋਂ ਬਿਨਾਂ ਰਹਿ ਨਹੀਂ ਪਾਉਂਦਾ। ਜੈਸੇ ਕਰਹਲ ਬੇਲ ਰਿਜਾਈ, ਜਿਵੇਂ ਊਂਠ ਦਾ ਬੱਚਾ ਕਰਹਲ ਉਹ ਬੇਲਾਂ ਨੂੰ ਦੇਖ ਦੇਖ ਕੇ ਰੀਝਦਾ, ਉਹ ਬੜਾ ਪ੍ਰਸੰਨ ਹੁੰਦਾ, ਬੜਾ ਖੁਸ਼ ਹੁੰਦਾ। ਸਤਿਗੁਰੂ ਕਹਿੰਦੇ ਐਸਾ ਹੀ ਮੇਰਾ ਮਨ ਉਸ ਵਾਹਿਗੁਰੂ ਦੇ ਨਾਲ ਰੀਝਦਾ, ਉਹਦੇ ਤੋਂ ਬਿਨਾਂ ਰਹਿ ਨਹੀਂ ਪਾਉਂਦਾ। ਹਮਰੇ ਮਨ ਬੈਰਾਗ ਬਿਰਕਤ ਭਇਓ, ਮੇਰੇ ਮਨ ਵਿੱਚ ਬੈਰਾਗ ਪਿਆ ਤੇ ਮਨ ਬਿਰਕਤ ਹੋ ਗਿਆ। ਬੈਰਾਗ ਜਦੋਂ ਬੰਦਾ ਸੰਸਾਰ ਨੂੰ ਦੇਖ ਲੈਂਦਾ ਕਿ ਸੰਸਾਰ ਧੋਖਾ ਹੈ, ਝੂਠ ਹੈ, ਕਿ ਅੱਜ ਹੈ ਕੱਲ ਨਹੀਂ ਹੈ, ਅੱਜ ਕੋਈ ਸਾਡਾ ਸਾਥੀ ਹੈ ਕੱਲ ਨੂੰ ਉਹ ਨਹੀਂ ਰਹੇਗਾ, ਜਾਂ ਅਸੀਂ ਕੱਲ ਨੂੰ ਨਹੀਂ ਰਵਾਂਗੇ, ਇਸ ਲਈ ਇਹ ਸੰਸਾਰ ਧੋਖਾ ਹੈ। ਇੱਥੇ ਹਰ ਕੋਈ, ਹਰ ਚੀਜ਼, ਹਰ ਵਸਤੂ ਬੰਦੇ ਦਾ ਸਾਥ ਛੱਡ ਜਾਂਦੀ ਹੈ ਜਾਂ ਮੰਦਾ ਚੀਜ਼ਾਂ ਦਾ ਸਾਥ ਛੱਡ ਕੇ ਤੁਰ ਜਾਂਦਾ ਹੈ। ਇੱਥੇ ਰਹਿਣਾ ਸੱਚ ਨਹੀਂ ਹੈ। ਇਸ ਨੂੰ ਦੇਖ ਕੇ ਮਨ ਵਿੱਚ ਬੈਰਾਗ ਪਿਆ ਕਿ ਇਹ ਤਾਂ ਸਭ ਮਾਇਆ ਹੈ, ਇਹ ਤਾਂ ਸਭ ਝੂਠ ਹੈ। ਤੇ ਜਦੋਂ ਬੈਰਾਗ ਉੱਠਿਆ ਤਾਂ ਬਿਰਕਤ ਹੋਇਆ ਮਨ। ਬਿਰਕਤ ਮਤਲਬ ਮਾਇਆ ਵੱਲੋਂ ਉਦਾਸ, ਮਾਇਆ ਵੱਲੋਂ ਉਪਰਾਮ ਹੋ ਗਿਆ। ਬਿਰਕਤ ਸਾਧੂ ਤੁਸੀਂ ਸੁਣਿਆ ਹੋਣਾ ਕਿ ਜਿਹੜੇ ਉਦਾਸ ਹੋ ਗਏ, ਛੱਡ ਗਏ, ਸਭ ਕੁਝ ਪਾਸੇ ਹੋ ਗਏ। ਸਤਿਗੁਰੂ ਕਹਿੰਦੇ ਮਨ ਮੇਰਾ ਮਾਇਆ ਨੂੰ ਦੇਖ ਕੇ ਬੈਰਾਗੀ ਹੋ ਗਿਆ ਕਿ ਇਹ ਤਾਂ ਝੂਠ ਹੈ, ਤੇ ਇਸ ਨੂੰ ਦੇਖ ਕੇ ਬਿਰਕਤ ਹੋ ਗਿਆ। ਬਿਰਕਤ ਮਤਲਬ ਮਾਇਆ ਨੂੰ ਛੱਡ ਕੇ ਭੱਜਿਆ ਨਹੀਂ। ਜਿਹੜੀ ਚੀਜ਼ ਹੈ ਹੀ ਬੇਕਾਰ, ਬੇਅਰਥ, ਉਹਨੂੰ ਛੱਡਿਆ ਵੀ ਨਹੀਂ, ਛੱਡਣ ਦਾ ਵੀ ਕੋਈ ਲਾਭ ਨਹੀਂ ਤੇ ਉਹਨੂੰ ਪਕੜਨ ਦਾ ਵੀ ਕੋਈ ਲਾਭ ਨਹੀਂ। ਇਸ ਲਈ ਮਨ ਨੇ ਜਾਣ ਲਿਆ ਤੇ ਉਹ ਬਿਰਕਤ ਹੋ ਗਿਆ। ਹਰ ਦਰਸ਼ਨ ਮੀਤ ਕਹਿ ਤਾਈ, ਕਿ ਉਸ ਵਾਹਿਗੁਰੂ, ਉਸ ਪਿਆਰੇ ਮਿੱਤਰ ਦੇ ਦਰਸ਼ਨਾਂ ਲਈ, ਉਹਦੇ ਵਾਸਤੇ ਸਭ ਕੁਝ ਛੱਡ ਕੇ ਪਾਸੇ ਹੋ ਗਿਆ। ਅਲ ਕਮਲਾ ਬਿਨ ਰਹਿ ਨਾ ਸਕੈ, ਜਿਵੇਂ ਭਵਰਾ, ਜੈਸੇ ਅਲ ਮਤਲਬ ਭਵਰਾ, ਕਮਲ, ਕਮਲ ਦਾ ਫੁੱਲ, ਜਿਵੇਂ ਭਵਰਾ ਕਮਲ ਦੇ ਫੁੱਲ ਤੋਂ ਬਿਨਾਂ ਰਹਿ ਨਹੀਂ ਪਾਉਂਦਾ। ਉਹ ਸਾਰਾ ਕੁਝ ਛੱਡ ਕੇ ਕਮਲ ਦੇ ਫੁੱਲ ਉੱਪਰ ਆ ਬਹਿੰਦਾ। ਬੇਸ਼ੱਕ ਉਹ ਦਿਨੇ ਇੱਧਰ ਉੱਧਰ ਜਿੱਧਰ ਮਰਜ਼ੀ ਤੁਰਿਆ ਫਿਰੇ, ਪਰ ਸ਼ਾਮੀ ਉਹ ਆ ਬਹਿੰਦਾ ਕਮਲ ਦੇ ਫੁੱਲ ਉੱਤੇ। ਜਦੋਂ ਉਹ ਕਮਲ ਦੇ ਫੁੱਲ ਤੇ ਆ ਬਹਿੰਦਾ, ਫਿਰ ਉਹ ਇੱਧਰ ਉੱਧਰ ਨਹੀਂ ਜਾਂਦਾ, ਫਿਰ ਨਹੀਂ ਉਹ ਦੌੜਦਾ, ਫਿਰ ਉਹਦੇ ਵਿੱਚ ਆਪਣੀ ਜਾਨ ਵੀ ਦੇਣ ਲਈ ਤਿਆਰ ਹੋ ਜਾਂਦਾ ਹੈ। ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ, ਤੈਸੇ ਮੋਹੇ ਹਰ ਬਿਨ ਰਹਿ ਨਾ ਜਾਈ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਮੈਨੂੰ ਵਾਹਿਗੁਰੂ ਤੋਂ ਬਿਨਾਂ ਰਿਹਾ ਨਹੀਂ ਜਾਂਦਾ, ਮੈਂ ਉਹਦੇ ਤੋਂ ਬਿਨਾਂ ਰਹਿ ਨਹੀਂ ਪਾਉਂਦਾ। ਰਾਖ ਸਰਣ ਜਗਦੀਸ਼ਰ ਪਿਆਰੇ, ਮੋਹੇ ਸ਼ਰਧਾ ਪੂਰ ਹਰ ਗੁਸਾਈ। ਹੇ ਸੱਚੇ ਪਾਤਸ਼ਾਹ ਕਿਰਪਾ ਕਰ, ਮੇਰੀ ਸ਼ਰਧਾ ਪੂਰ ਤੇ ਆਪਣੀ ਸ਼ਰਨ ਵਿੱਚ ਰੱਖ। ਜਨ ਨਾਨਕ ਕੈ ਮਨ ਆਨੰਦ ਹੋਤ ਹੈ, ਨਾਨਕ ਦੇ ਮਨ ਅੰਦਰ ਆਨੰਦ ਹੁੰਦਾ ਹੈ। ਸਤਿਗੁਰੂ ਕਹਿੰਦੇ ਮੇਰੇ ਮਨ ਅੰਦਰ ਆਨੰਦ ਹੈ, ਬੜਾ ਆਨੰਦ, ਬੜਾ ਸਕੂਨ। ਜਨ ਨਾਨਕ ਕੈ ਮਨ ਆਨੰਦ ਹੋਤ ਹੈ, ਹਰ ਦਰਸ਼ਨ ਨਿਮਖ ਦਿਖਾਈ। ਕਿਰਪਾ ਕਰ ਆਪਣਾ ਦਰਸ਼ਨ, ਆਪਣਾ ਦੀਦਾਰ ਬਖਸ਼, ਆਪਣਾ ਦੀਦਾਰ ਬਖਸ਼। ਤੇਰੇ ਦੀਦਾਰ, ਤੇਰੇ ਦਰਸ਼ਨ ਰਾਹੀਂ ਸੁੱਖ ਹੈ। ਕਿਰਪਾ ਕਰ ਇੱਕ ਨਿਮਖ ਮਾਤਰ, ਹਰ ਦਰਸ਼ਨ ਨਿਮਖ। ਸਤਿਗੁਰੂ ਕਹਿੰਦੇ ਇੱਕ ਨਿਮਖ ਮਾਤਰ ਹੀ ਆਪਣਾ ਦੀਦਾਰ, ਇੱਕ ਝਲਕ ਹੀ ਦੇ ਦੇ। ਇਸ ਝਲਕ ਦੇ ਆਸਰੇ ਹੀ ਜੀਵਨ ਨੂੰ ਜੀ ਲਵਾਂਗੇ, ਇਸ ਝਲਕ ਦੇ ਆਸਰੇ। ਇਹਦੇ ਵਿੱਚ ਹੀ ਆਨੰਦ ਤੇ ਸਕੂਨ ਹੈ। ਸਤਿਗੁਰੂ ਰਹਿਮਤ ਕਰੇ ਇਹ ਰੱਬੀ ਝਲਕ ਸਤਿਗੁਰ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਦੇਵੇ, ਤਾਂ ਕਿ ਮਾਇਆ ਦੀ ਜਿਹੜੀ ਚਮਕ ਹੈ ਉਹ ਸਾਡੀਆਂ ਅੱਖਾਂ ਵਿੱਚੋਂ ਨਿਕਲ ਸਕੇ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ, ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।